ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਿਤ ਪੁਸਤਕ ਸੱਚਖੰਡ ਦਰਸ਼ਨ ਦਾ 12ਵਾਂ ਅਧਿਆਇ। ਸੱਚਖੰਡ ਕੀ ਦਰਸ਼ਨ ਖੰਡ ਹੈ। ਸੱਚੀ ਸਹਿਜ ਆਨੰਦੀ ਆਤਮ ਆਨੰਦੀ ਪਰਮਾਤਮ ਆਨੰਦੀ ਪਰਮਾਨੰਦੀ ਮੌਜ ਬਹਾਰ ਸਹਿਜ ਪਦ ਪੁਗ ਖਲੋਤੇ ਸਹਿਜ ਪਦ ਪੰਨੇ ਪਏ ਸੱਚਖੰਡ ਵਾਸੀਆਂ ਨੂੰ ਸੱਚਖੰਡ ਦੇ ਸਦ ਬਹਾਰੀ ਸਦ ਨਿਵਾਸੀ ਦਰਸ਼ਨ ਵਿੱਚ ਅਪਰੋਕਸ਼ਤ ਹੁੰਦੀ ਹੈ। ਇਹ ਸੱਚਖੰਡ ਕੀ ਹੈ? ਦਰਸ਼ਨ ਖੰਡ ਅਪਰੋਕਸ਼ ਦਰਸ਼ਨ ਖੰਡ ਹੈ। ਇਸ ਦਰਸ਼ਨ ਦੀ ਦਿव्यता, ਇਸ ਦਰਸ਼ਨ ਦੀ ਲਤਾਫਤ ਸੱਚਖੰਡ ਸੇਤੀ ਅਭੇਦ ਰੂਪ ਹੈ। ਤਿੱਥੇ ਸੱਚਖੰਡ ਵਿਖੇ ਕੇਵਲ ਸਤ ਕਰਤਾਰ ਦੇ ਦਰਸ਼ਨ ਹੀ ਦਰਸ਼ਨ ਹਨ। ਦਰਸ਼ਨਾਨੰਦ ਦੀ ਮਹਿਮਾ ਅਪਰ ਅਪਾਰ ਅਤੇ ਅਮਿਤ ਹੈ। ਦਰਸ਼ਨਾਂ ਦੇ ਅਮੀ ਰਸ ਦੀ ਪੁਹਾਰ, ਜੋਤ ਕਿਰਨ ਦੀ ਕਿਣਮਿਣ ਕਾਰ, ਜੋਤੀ ਸਰੂਪ ਵਿੱਚ ਤਦਾਕਾਰ ਹੋ ਕੇ ਸਦਾ ਬਿਸਮ ਬਿਨੋਦੀ ਬਰਸਾਤ ਬਰਸਾਉਂਦੀ ਰਹਿੰਦੀ ਹੈ। ਸਾਵਣ ਭਾਦਵੀ ਰੁੱਤ ਪਾਵਸੀ ਬਰਸਾਤ ਤਿਸ ਅੱਗੇ ਮਾਤ ਹੈ। ਇਸ ਪਾਵਸ ਬਰਸਾਤ ਦਾ ਉੱਥੇ ਨਮੂਦ ਹੀ ਨਹੀਂ। ਉੱਥੇ ਐਨਿਸ ਅਥਾਹ ਅਮੀ ਸਰੋਵਰ ਰਸ ਮਜਨੀ ਦਰਸ ਰਸ ਜੋਤ ਅਮਿਆਗਰੀ ਅਸਗਾਹ ਸਾਗਰ ਮੌਜਜ਼ਨ ਰਹਿੰਦੇ ਹਨ ਕਿ ਜਿਸ ਦੇ ਸਾਹਮਣੇ ਇਹ ਮਾਤ ਲੋਕੀ ਸਿੰਧ ਸਾਗਰ ਹੇਚ ਹਨ। ਕਿੱਥੇ ਉਹ ਅਬਦ ਹਯਾਤੀ ਅਮੀ ਸਰੋਵਰ ਜਿਸ ਵਿੱਚ ਜਿਉਂ-ਜਿਉਂ ਲਹਿਰਾਂ ਉੱਠਦੀਆਂ ਹਨ ਤਿਉਂ-ਤਿਉਂ ਰਸ ਰਮਨ ਸੰਜੋਗੀ ਹੁਲਾਸ ਦੇ ਬਿਸਮਾਦ ਵਿੱਚ ਲੀਨਤਾ ਹੁੰਦੀ ਜਾਂਦੀ ਹੈ। ਅਤੇ ਕਿੱਥੇ ਇਹ ਭਵਸਾਗਰੀ ਸਿੰਧ ਜਿੱਥੇ ਕਿ ਡੁਬਕਣੀਆਂ ਲੈਂਦਿਆਂ ਪ੍ਰਾਣ ਖਤਾ ਹੋ ਜਾਂਦੇ ਹਨ। ਤਾਂ ਤੇ ਇਹਨਾਂ ਭਵਜਲੀ ਸਿੰਧਾਂ ਦਾ ਉੱਥੇ ਸੱਚਖੰਡ ਵਿਖੇ ਖੁਰਾ ਖੋਜ ਵੀ ਨਹੀਂ। ਸਹਿਜ ਅਵਸਥਾ ਵਾਲਾ ਤਤ ਆਨੰਦ ਸੱਚਖੰਡ ਨਿਵਾਸ ਵਿੱਚ ਹੀ ਮਾਣੀਦਾ ਹੈ। ਸੱਚਖੰਡ ਦਾ ਜੋਤ ਪ੍ਰਚੰਡੀ ਤੇਜ ਐਸਾ ਸੁਖ ਜੀਵਨਾ ਹੈ ਕਿ ਸੱਚਖੰਡ ਦੇ ਸਹਿਜ ਦਰਸ਼ਨ ਆਨੰਦੀਆਂ ਨੂੰ ਹੀ ਸਦਾ ਹੀ ਰਸ ਵਿਗਾਸੀ ਸੀਤਲਤਾ ਵਿਖੇ ਮਜਨ ਮਗਨਾਰੀ ਕਰੀ ਰੱਖਦਾ ਹੈ। ਵਾਹਿਗੁਰੂ ਨਿਰੰਕਾਰ ਭਾਨਾਨ ਭਾਨ ਸੂਰਜਾਂ ਦੇ ਸੂਰਜ ਦੇ ਤੇਜ ਪ੍ਰਚੰਡੀ ਰਸ ਠਰੂਰ ਦਰਸ਼ਨ ਦੀ ਆਭਾ ਸੱਚਖੰਡ ਵਿਖੇ ਅਤ ਨਿਰਾਰੀ ਹੈ ਕਿ ਸਹਿਜ ਦਰਸ਼ਨ ਨਿਵਾਸੀਆਂ ਰਸ ਜੋਤ ਮਜਨਾਸੀਆਂ ਨੂੰ ਸਦ ਸੀਤਲਤਾਈ ਵਰਤਾਈ ਰੱਖਦਾ ਹੈ। ਇਹਨਾਂ ਦ੍ਰਿਸ਼ਟਮਾਨ ਪਸਾਰੇ ਵਾਲੇ ਸੂਰਜਾਂ ਵਾਲੀ ਧੁੱਪ ਉੱਥੇ ਨਹੀਂ, ਨਾ ਹੀ ਉੱਥੇ ਗਰਮੀ ਹੈ ਨਾ ਧੁੱਪ ਹੈ। ਮੇਰਾ ਸੱਚਖੰਡੀ ਸੂਰਜ ਉੱਥੇ ਸੱਚਖੰਡ ਵਿਖੇ ਸਦਾ ਹੀ ਉਦੇ ਰਹਿੰਦਾ ਹੈ, ਕਦੇ ਅਸਤ ਨਹੀਂ ਹੁੰਦਾ, ਛਿਪਦਾ ਹੀ ਨਹੀਂ। ਇਸ ਕਰਕੇ ਉੱਥੇ ਛਾਉਂ ਹੈ ਹੀ ਨਹੀਂ, ਕਦੇ ਹੁੰਦੀ ਹੀ ਨਹੀਂ। ਸਦ ਉਜਿਆਰਾ ਹੀ ਉਜਿਆਰਾ ਰਹਿੰਦਾ ਹੈ, ਅੰਧਿਆਰਾ ਕਦੇ ਹੁੰਦਾ ਹੀ ਨਹੀਂ। ਰਾਤ ਦਿਵਸ ਦੀ ਭਰਾਂਤ ਉੱਥੇ ਮਿਟ ਜਾਂਦੀ ਹੈ। ਅਮਰ ਹਯਾਤੀ ਸਦ ਜੀਵਨੀ ਮੰਡਲ ਹੋਣ ਕਰਕੇ ਸੱਚਖੰਡ ਵਿਖੇ ਨਾ ਉਤਪਤੀ ਨਾ ਉਤਪਾਤ ਹੈ, ਨਾ ਪਰਲੋ ਕਾਲ ਦੀ ਅਫਾਤ ਹੈ, ਨਾ ਆਵਾਗਵਨਾਤ ਹੈ। ਜੀਵਨ ਮਰਨ ਅਰਥਾਤ ਜੰਮ ਕੇ ਮਰਨ, ਮਰ ਕੇ ਜੀਵਨ ਵਾਲਾ ਸਿਲਸਿਲਾ ਉੱਥੇ ਮੁੱਕਿਆ ਹੋਇਆ ਹੈ। ਜੰਮਣ ਮਰਨ ਆਵਾਗਵਨ ਹੀ ਸਾਰੇ ਦੁੱਖਾਂ ਦੀ ਖਾਣ ਹੈ। ਚੂੰਕਿ ਸੱਚਖੰਡ ਵਿਖੇ ਇਹ ਆਵਾਗਵਨ ਹੈ ਹੀ ਨਹੀਂ, ਇਸ ਕਰਕੇ ਉੱਥੇ ਦੁੱਖਾਂ ਦਾ ਬੀਜ ਨਾਸ ਹੈ। ਪਰ ਜੰਮ ਕੇ ਜਿਉਣਾ ਜੋ ਸੰਸਾਰੀਆਂ ਨੂੰ ਸੁਖ ਰੂਪ ਪ੍ਰਤੀਤ ਹੁੰਦਾ ਹੈ, ਵਾਸਤਵ ਵਿੱਚ ਇਹ ਜਿਉਣਾ ਵੀ ਦੁੱਖ ਰੂਪ ਹੈ। ਸੱਚਖੰਡ ਵਿਖੇ ਨਾ ਹੀ ਸੰਸਾਰੀ ਜੀਵਨ ਰੂਪੀ ਦੁੱਖ ਵਾਲਾ ਸੁਖ ਹੈ ਅਤੇ ਨਾ ਹੀ ਮਰਨ ਕਾਲ ਵਾਲਾ ਤਰਾਸਮਈ ਦੁੱਖ ਰੂਪ ਵਿਆਪਦਾ ਹੈ। ਸੰਸੇ ਫੁਰਨੇ ਉੱਥੇ ਫੁਰਦੇ ਹੀ ਨਹੀਂ, ਸਕਾਮ ਨਿਸ਼ਕਾਮ ਕਾਮਨਾਵਾਂ ਉੱਥੇ ਜਾਗਦੀਆਂ ਹੀ ਨਹੀਂ। ਤਾਂ ਤੇ ਸੱਚਖੰਡ ਵਿੱਚ ਸਾ ਵਿਕਲਪ ਅਤੇ ਨਿਰਵਿਕਲਪ ਸਮਾਧੀਆਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਸੱਚੀ ਸਹਿਜ ਅਵਸਥਾ ਸੱਚਖੰਡ ਵਿੱਚ ਹੀ ਪ੍ਰਧਾਨ ਹੈ। ਤਾਂ ਤੇ ਸੱਚਖੰਡੀ ਸਹਿਜ ਅਵਸਥਾ ਦੀ ਕਥਾ
ਅਤ ਵਿਲੱਖਣ ਨਿਆਰੀ ਹੈ। ਇਹ ਹਾੜੀ ਨਹੀਂ ਜਾ ਸਕਦੀ, ਨਾ ਹੀ ਇਸ ਦਾ ਅੰਤ ਲਿਆ ਜਾ ਸਕਦਾ ਹੈ। ਇਹ ਘਟਦੀ ਵੱਧਦੀ ਕਦੇ ਨਹੀਂ, ਸਦਾ ਇਕਸਾਰ ਸਰਸ਼ਾਰ ਅਮਿਤਾਰ ਰਹਿੰਦੀ ਹੈ। ਸੱਚਖੰਡ ਵਿਖੇ ਨਾ ਕੋਈ ਪਾਤਾਲ ਹੈ, ਨਾ ਆਕਾਸ਼। ਹੱਦ ਬੰਨਾ ਕੋਈ ਹੈ ਕੋਈ ਨਹੀਂ। ਜੋਤ ਵਿਗਾਸੀ ਉਘਾੜ ਹੀ ਉਘਾੜ, ਦਰਸ ਪ੍ਰਗਾਸੀ ਡਲਕਾਰ ਹੀ ਡਲਕਾਰ ਹੈ। ਅਚਲ ਅਬਦੀ ਜੋਤ ਚਾਨਾਣ ਉੱਥੇ ਹੋਣ ਕਰਕੇ ਸੱਚਖੰਡ ਵਿਖੇ ਨਾ ਰਾਤ ਪੈਂਦੀ ਹੈ, ਨਾ ਮੁੜ ਮੁੜ ਦਿਨ ਚੜ੍ਹਦਾ ਹੈ। ਇਸ ਲੋਕ ਵਿਖੇ ਜੀਵਾਂ ਦੀ ਜਿੰਦ ਜਾਨ ਜਲ ਪਵਨ ਅਗਨੀ ਦੇ ਸਹਾਰੇ ਹੈ, ਪਰ ਸੱਚਖੰਡ ਵਿੱਚ ਇਹਨਾਂ ਅਗਨ ਪਾਣੀ ਪਵਨਾਂ ਦੀ ਲੋੜ ਨਹੀਂ, ਨਾ ਹੀ ਇਹ ਉੱਥੇ ਹਨ। ਸੱਚਖੰਡ ਵਿੱਚ ਨਾ ਜਲ ਹੈ, ਨਾ ਪੌਣ ਹੈ, ਨਾ ਪਾਵਕ ਅਗਨੀ ਹੈ। ਸੱਚਖੰਡ ਦੇ ਵਾਸੀਆਂ ਸਹਿਜ ਪਦ ਵਿਗਾਸੀਆਂ ਨੂੰ ਸੱਚੇ ਵਾਹਿਗੁਰੂ ਨਿਰੰਕਾਰ ਦਾ ਦਰਸ਼ਨ ਆਨੰਦੀ ਆਧਾਰ ਹੀ ਹੈ। ਤਿੱਥੇ ਸੱਚਖੰਡ ਵਿੱਚ ਨਿਰਾ ਗੁਰੂ ਵਾਹਿਗੁਰੂ ਜੋਤੀ ਸਰੂਪ ਹੀ ਸਾਰੇ ਭਰਪੂਰ ਲੀਣਾ ਹੋਏ ਕੇ ਸਮਾਏ ਰਿਹਾ ਹੈ। ਸੱਚਖੰਡ ਵਿਖੇ ਅਗਮ ਅਗੋਚਰ ਪਾਰਬ੍ਰਹਮ ਹੀ ਪਰਿਪੂਰਨ ਹੋਏ ਰਿਹਾ ਹੈ। ਇਹ ਸੱਚਖੰਡ ਵਾਸੀ ਪਾਰਬ੍ਰਹਮ ਨਿਰੰਕਾਰ ਸਰਬ ਨਿਵਾਸੀ ਵੀ ਹੈ। ਲੋਕ ਪਰਲੋਕ ਸਗਲ ਖੰਡਾਂ ਬ੍ਰਹਿਮੰਡਾਂ ਵਿਖੇ ਅਤੇ ਸਰਬ ਘਟਾਂ ਅੰਤਰ ਨਿਰੰਤਰ ਸਮਾਏ ਰਿਹਾ ਹੈ, ਪਰੰਤੂ ਕੇਵਲ ਗੁਰੂ ਪ੍ਰਸਾਦ ਕਰਕੇ ਲਖੀਦਾ ਹੈ। ਗੁਰ ਪ੍ਰਸਾਦੀ ਲਖੀਸ਼ਰਾਂ ਨੂੰ ਇਸ ਲੋਕ ਵਿਖੇ ਵੀ ਸੱਚਖੰਡ ਦੇ ਨਜ਼ਾਰੇ ਪ੍ਰਗਟ ਪਹਾਰੇ ਜਾਪਦੇ ਹਨ। ਸਤ ਸੰਗਤ ਵਿਖੇ ਮਿਲ ਰਹਿਣ ਕਰਕੇ, ਸਦਾ ਸਤਸੰਗ ਵਿਖੇ ਵਾਸਾ ਕਰਨ ਕਰਕੇ ਹੀ ਇਹ ਨਜ਼ਾਰੇ ਪ੍ਰਤੱਖ ਬਣੇ ਰਹਿੰਦੇ ਹਨ। ਪਰੰਤੂ ਅਜਿਹਾ ਸੱਚਖੰਡ ਦਰਸਾਰੀ ਸਤਸੰਗ ਕੇਵਲ ਗੁਰੂ ਘਰ ਵਿਖੇ ਹੀ ਹੈ, ਜਿੱਥੇ ਨਿਰੰਕਾਰੀ ਰੂਪ ਸਤਿਗੁਰ ਸਦਾ ਹੀ ਹਾਜ਼ਰ ਨਾਜ਼ਰ ਹੋ ਕੇ ਬਿਰਾਜਮਾਨ ਰਹਿੰਦੇ ਹਨ। ਗੁਰੂ ਭੌਰੇ ਸਤਿਗੁਰੂ ਵਿਟਹੋਂ ਜੋਤ ਵਿੱਚ ਸਮਾਏ, ਸਦਾ ਜਲਵ ਜਲਵਾਏ ਘੋਲ ਘੁਮਾਏ ਰਹਿੰਦੇ ਹਨ। ਯਥਾ ਗੁਰਵਾਕ ਤਹ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹ ਉਤਪਤ ਪਰਲੋ ਨਾਹੀਂ। ਜੀਵਨ ਮਿਰਤ ਨਾ ਦੁਖ ਸੁਖ ਵਿਆਪੈ, ਸੁਨ ਸਮਾਦ ਦੋਊ ਤਹ ਨਾਹੀਂ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ। ਹਲਕੀ ਲੱਗੈ ਨਾ ਭਾਰੀ ਰਹਾਉ, ਅਰਧ ਉਰਧ ਦੋਊ ਤਹ ਨਾਹੀਂ। ਰਾਤ ਦਿਨਸ ਤਹ ਨਾਹੀਂ, ਜਲ ਨਹੀਂ ਪਵਨ ਪਾਵਕ ਫੁਨ ਨਾਹੀਂ। ਸਤਿਗੁਰ ਤਹਾਂ ਸਮਾਹੀ, ਅਗਮ ਅਗੋਚਰ ਰਹਿ ਨਿਰੰਤਰ। ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਉ ਗੁਰ ਆਪਣੇ। ਸਤ ਸੰਗਤ ਮਿਲ ਰਹੀਐ। ਗੌੜੀ ਕਬੀਰ ਜੀ। ਐਸਾ ਜੋ ਨਿਚਲ ਸੱਚ ਥਾਨ ਸੱਚਖੰਡ ਹੈ, ਤਿਸ ਦੀ ਮਹਿਮਾ ਤੇ ਤਿੱਥੇ ਵਸਣਹਾਰਿਆਂ ਦੀ ਅਵਸਥਾ ਦੱਸਦੇ ਹੋਏ ਭਗਤ ਰਵਿਦਾਸ ਜੀ ਇਉਂ ਉਚਾਰਨ ਕਰਦੇ ਹਨ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤਿਹ ਠਾਉ। ਨਾ ਤਸਵੀਜ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨਿ ਬਸੈ ਮਾਮੂਰ। ਤਿਉਂ ਤਿਉਂ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਗੌੜੀ ਰਵਿਦਾਸ ਜੀ। ਉਸ ਸੱਚੇ ਖੰਡ ਨੂੰ ਭਗਤ ਰਵਿਦਾਸ ਜੀ ਪ੍ਰੇਮ ਰੰਗਣ ਵਿੱਚ ਆ ਕੇ ਗਮ ਰਹਿਤ ਅਰਥਾਤ ਬੇਗਮਪੁਰੇ ਦਾ ਨਾਮ ਦਿੰਦੇ ਹਨ, ਕਿਉਂਕਿ ਉੱਥੇ ਦੁੱਖ ਸ਼ੋਕ ਗਮ ਚਿੰਤਾ ਨਹੀਂ, ਨਾ ਘਬਰਾਹਟ ਹੈ, ਨਾ ਉੱਥੇ ਦੁਨਿਆਵੇ ਪਾਤਸ਼ਾਹਾਂ ਵਾਂਗ ਕਿਸੇ ਪਾਤਸ਼ਾਹ ਨੂੰ ਕਰ ਦੇਣਾ ਪੈਂਦਾ ਹੈ, ਨਾ ਤਿੱਥੇ ਸੰਸਾਰਕ ਮਾਲ ਧਨ ਹੈ, ਨਾ ਉੱਥੇ ਡਰ, ਨਾ ਗੁਨਾਹ ਅਤੇ ਨਾ ਜ਼ਵਾਲ, ਘਾਟਾ ਹੀ ਹੈ। ਕਹਿੰਦੇ ਹਨ ਰਵਿਦਾਸ ਜੀ ਕਿ ਅਸੀਂ ਅਜਿਹੀ ਚੰਗੀ ਵਤਨਗਾਹ ਨਿਵਾਸ ਅਸਥਾਨ ਪਾਈ ਹੈ ਕਿ ਜਿੱਥੇ ਸਦਾ ਸੁੱਖ ਸਾਂਦ ਵਰਤਦੀ ਹੈ। ਉੱਥੇ ਸੱਚੇ ਨਿਰੰਕਾਰ ਦੀ ਸੱਚੀ ਪਾਤਸ਼ਾਹੀ ਸਦ ਸਦੀਵ ਕਾਇਮ ਰਹਿੰਦੀ ਹੈ। ਕੂੜੀਆਂ ਸੰਸਾਰਕ ਪਾਤਸ਼ਾਹੀਆਂ ਵਾਂਗ ਦੂਜੀ ਤੀਜੀ ਪਾਤਸ਼ਾਹੀ ਨਹੀਂ ਬਦਲਦੀ, ਸਦਾ ਇੱਕੋ ਹੀ ਰਹਿੰਦੀ ਹੈ। ਇਹ ਸੱਚਖੰਡ ਬੇਗਮਪੁਰਾ ਸ਼ਹਿਰ ਬੜਾ ਘੁੱਗ ਵਸਦਾ ਹੈ।
ਤੇ ਨਿਰੰਕਾਰ ਦਾ ਨਿਵਾਸ ਖੰਡ ਹੋਣ ਕਰਕੇ ਨਿਰੰਕਾਰ ਸਮਾਨ ਹੀ ਪ੍ਰਸਿੱਧ ਹੈ। ਉੱਥੇ ਨਾਮ ਧਨ ਨਾਲ ਨਿਵਾਜੇ ਹੋਏ ਕਰਤੇ ਪੁਰਖ ਦੇ ਨੀਯਤ ਕੀਤੇ ਹੋਏ ਨਾਮ ਰਸ ਦੇ ਧਨੀ ਭਗਤ ਜਨ ਹੀ ਵਸਦੇ ਹਨ। ਉਹ ਉਸ ਸੱਚਖੰਡ ਰੂਪੀ ਸੱਚੇ ਮਹਿਲ ਦੇ ਮਹਿਰਮ ਭੇਤੀ ਹੁੰਦੇ ਹਨ। ਉਹ ਜਿਵੇਂ ਚਾਹੁਣ ਇਸ ਮਹਿਲ ਦਾ ਸੈਲ ਕਰਨ ਰੂਪੀ ਆਨੰਦ ਲੈਣ। ਤਿੰਨਾਂ ਨੂੰ ਅਟਕਾਓ ਕੋਈ ਨਹੀਂ, ਭਾਵੇਂ ਤਿੱਥੇ ਵਸਣ, ਚਾਹੇ ਇਸ ਲੋਕ ਵਿੱਚ ਸੈਲ ਦੇ ਤੌਰ ਪਰ ਗੁਰਮੁਖ ਆਵੈ ਜਾਏ ਨਿਸੰਗ ਦੇ ਗੁਰਵਾਕ ਅਨੁਸਾਰ ਮੁੜ ਫੇਰਾ ਪਾਉਣ ਲਈ ਆ ਜਾਣ। ਉੱਥੇ ਸਦਾ ਹੀ ਅਸਲ ਸੱਚੇ ਅਰਥਾਂ ਵਾਲੀ ਆਜ਼ਾਦੀ ਉੱਥੇ ਦੇ ਵਸਨੀਕਾਂ ਨੂੰ ਪ੍ਰਾਪਤ ਹੈ। ਐਸੇ ਸੱਚਖੰਡ ਬੇਗਮਪੁਰੇ ਸ਼ਹਿਰ ਦੇ ਜੋ ਸ਼ਹਿਰੀ ਹਮਵਤਨ ਹਨ, ਉਹ ਹੀ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਸਾਡੇ ਮਿੱਤਰ ਹਨ, ਅਰਥਾਤ ਸੱਚੇ ਮਿੱਤਰ ਨਾਮ ਰਸੀਏ ਸੱਜਣ ਹੀ ਹਨ। ਉਹਨਾਂ ਦੀ ਹੀ ਪਰਸਪਰ ਮਿੱਤਰਤਾ ਨਾਮ ਦੇ ਸੰਬੰਧ ਕਰਕੇ ਤੋੜ ਨਿਭ ਸਕਦੀ ਹੈ ਅਤੇ ਲੋਕ ਪਰਲੋਕ ਵਿੱਚ ਸਦਾ ਲਈ ਕਾਇਮ ਰਹਿ ਸਕਦੀ ਹੈ। ਤਿਸ ਅਲੌਕਿਕ ਸੱਚਖੰਡ ਤੋਂ ਅਕਾਲ ਪੁਰਖ ਨਿਰੰਕਾਰ ਦੀ ਨਿਰੰਕਾਰੀ ਜੋਤ ਇਸ ਮਾਤ ਲੋਕ ਵਿੱਚ ਜਗਤ ਨਿਸਤਾਰੇ ਲਈ ਗੁਰੂ ਰੂਪ ਹੋ ਕੇ ਬਾਬੇ ਨਾਨਕ ਨਿਰੰਕਾਰੀ ਦੇ ਸਰੂਪ ਵਿੱਚ ਉਤਰੀ, ਜੋ 10 ਜਾਮੇ ਧਾਰ ਕੇ ਫਿਰ ਤਿਸੇ ਸੱਚਖੰਡ ਮੰਡਲ ਵਿੱਚ ਜਾ ਨਿਰੰਕਾਰ ਦੀ ਜੋਤ ਵਿੱਚ ਪ੍ਰਵੇਸ਼ ਹੋਈ ਅਤੇ ਜਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸ਼ਬਦ ਰੂਪ ਹੋ ਕੇ ਵਰਤਮਾਨ ਹੋਈ। 10 ਗੁਰੂ ਜਾਮਿਆਂ ਦੀ ਜੋਤ ਜਿਵੇਂ ਇਸ ਲੋਕ ਵਿੱਚ ਪ੍ਰਵੇਸ਼ ਹੁੰਦੀ ਰਹੀ, ਤਿਸ ਪ੍ਰਥਾਏ ਭੱਟਾਂ ਦੇ ਸਵਈਆਂ ਵਿੱਚ ਇਉਂ ਅੰਕਿਤ ਹੋਇਆ ਹੈ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਇਓ, ਰਹਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ, ਕਾਟੇ ਸੋ ਪਾਪ ਤਿਨ ਨਰਹੋਂ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥ ਮੀ, ਗੁਰ ਅਰਜੁਨ ਕਉ ਦੇ ਆਇਓ। ਸਵਈਏ ਮਹੱਲੇ ਪੰਜਵੇਂ ਕੇ। ਇਸ ਗੁਰਵਾਕ ਤੋਂ ਇਹ ਗੱਲਾਂ ਸਪਸ਼ਟ ਸਿੱਧ ਹੁੰਦੀਆਂ ਹਨ ਕਿ ਸੱਚਖੰਡਮਈ ਦੇਵਪੁਰੀ ਇੱਕ ਖਾਸ ਦਿਵ ਮੰਡਲੀ ਅਸਥਾਨ ਹੈ, ਜਿੱਥੋਂ ਕਿ ਗੁਰੂ ਜੋਤ ਜਾਮਿਆਂ ਦੇ ਆਗਮਨ ਹੋਏ ਅਤੇ ਦੇਵ ਨੇਤੀ ਅਕਾਲੀ ਭਾਣੇ ਅੰਦਰ ਫਿਰ ਉਸ ਅਸਥਾਨ ਵਿਖੇ ਉਪਕਾਰ ਯਾਤਰਾ ਪੂਰੀ ਕਰਕੇ ਮੁੜ ਗਵਨ ਕਰਦੇ ਰਹੇ। ਪਰਮੇਸ਼ਵਰ ਪਰਮਾਤਮ ਦੇਵ ਦੀ ਦੇਵਪੁਰੀਓਂ ਸੱਚਖੰਡੋਂ ਨਿਰੰਕਾਰੀ ਰੂਪ ਓਅੰਕਾਰ ਹੋ ਕੇ ਵੀ ਵਾਹਿਗੁਰੂ ਪਰਮਾਤਮ ਦੇਵ ਦੇ ਸੁਪ੍ਰਸੰਨਤਾ ਸੰਪੰਨ ਭਾਣੇ ਅੰਦਰ ਹੀ ਗੁਰੂ ਜੋਤ ਜਾਮੇ ਆਪੋ ਆਪਣਾ ਗੁਰਤਤਾ ਨਿਪੁੰਨ ਮਿਸ਼ਨ ਪੂਰਾ ਕਰ ਨਿਜ ਦੇਵ ਸਥਾਨੇ ਪਿਆਨੇ ਕਰਦੇ ਰਹੇ। ਸ੍ਰੀ ਅਕਾਲ ਪੁਰਖ ਦੇ ਦਿਵ ਰੂਪ ਦੇਵ ਸਥਾਨੀ ਸੱਚਖੰਡੀ ਸਿੰਘਾਸਨ ਦਾ ਵੀ ਵਜੂਦ ਹੈ, ਜੋ ਸੱਚਖੰਡ ਵਿਖੇ ਸਦਾ ਮੌਜੂਦ ਹੈ। ਉਸ ਸੱਚਖੰਡੀ ਸਿੰਘਾਸਨ ਦਾ ਵਜੂਦ ਅਤ ਅਨੂਪਮ, ਪਰਮ ਅਦਭੁਤ ਅਤੇ ਅਤ ਸੁੱਚੀ ਸੱਚੀ ਦਿਵ ਜੜਤ ਸੇਤੀ ਮੁਰੱਸਾ ਜੜੰਨਾ ਹੈ, ਜੋ ਵਰਨਿਆ ਨਹੀਂ ਜਾ ਸਕਦਾ, ਕੇਵਲ ਦੇਖਾ ਹੀ ਪ੍ਰਵਾਨ ਹੈ। ਸੱਚਖੰਡ ਵਿਖੇ ਹਰ ਸਿੰਘਾਸਨ 'ਤੇ ਬੈਠਾ ਸੱਚਾ ਨਿਰੰਕਾਰ ਵਾਹਿਗੁਰੂ ਜਲਵਾਗਰ ਹੋਏ ਆਪਣੇ ਸੱਚਖੰਡ ਮੰਡਲੀ ਭਗਤ ਜਨਾਂ ਨੂੰ ਨਦਰੀ ਆਉਂਦਾ ਅਤੇ ਬਿਸਮਾਉਂਦਾ ਹੈ, ਜਿਸ ਦੀ ਸੋਭਾ ਨੂੰ ਪੇਖਣ ਹਾਰੇ ਭਗਤ ਜਨ ਬਿਸਮ ਰੂਪ ਹੀ ਹੋਏ ਰਹਿੰਦੇ ਹਨ। ਦਿਵ ਜੋਤੀਸ਼ ਗੁਰੂ ਜਾਮੇ ਜਦੋਂ ਆਪਣੀ ਗੁਰਤ ਮਿਸ਼ਨ ਯਾਤਰਾ ਪੂਰੀ ਕਰਕੇ ਸੱਚਖੰਡ ਨੂੰ ਸਿਧਾਰਦੇ ਹਨ ਤਾਂ ਉਹ ਨਿਰੰਕਾਰੀ ਸੱਚੇ ਤਖਤ ਸਿੰਘਾਸਨ ਵਾਲਾ ਸੱਚਖੰਡੀ ਪਾਤਸ਼ਾਹ ਵਾਹਿਗੁਰੂ ਆਪਣੇ ਗੁਰੂ ਜੋਤ ਅੰਸੀ ਸਰੂਪ ਗੁਰੂ ਜਾਮਿਆਂ ਦੀ ਆਗਮ ਅਗਵਾਈ ਇਸਤਕਬਾਲ ਕਰਕੇ ਉਹਨਾਂ ਨੂੰ ਨਿਜ ਸਿੰਘਾਸਨ ਉੱਤੇ ਬਿਰਾਜਮਾਨ ਕਰਾਏ ਲੈਂਦਾ ਹੈ। ਹਰ ਜੀਓ ਛਾੜ ਸਿੰਘਾਸਨ ਆਉਂਦਾ ਹੈ ਅਤੇ ਨਿਜ ਸਰੂਪ ਅੰਸ ਗੁਰੂ ਜੋਤ ਜਾਮੇ ਨੂੰ ਸਿੰਘਾਸਨ 'ਤੇ ਬਿਠਾਉਂਦਾ ਹੈ। ਫਿਰ ਇੱਕੋ ਸਿੰਘਾਸਨ ਉੱਤੇ ਸ੍ਰੀ ਵਾਹਿਗੁਰੂ ਨਿਰੰਕਾਰ ਅਤੇ ਗੁਰੂ ਜੋਤ ਜਾਮੇ ਬਿਰਾਜਮਾਨ ਹੋਏ ਰਹਿੰਦੇ ਹਨ, ਜੋ ਭਿੰਨ ਭਿੰਨ ਸਰੂਪ ਵਿੱਚ ਵੀ ਨਿਰਖੇ ਜਾਂਦੇ ਹਨ ਅਤੇ ਅਭੇਦ ਰੂਪ ਵੀ ਹੋਏ ਰਹਿੰਦੇ ਹਨ। ਇਹ ਇੱਕ ਅਦਭੁਤ ਦ੍ਰਿਸ਼ਯ ਹੈ, ਜਿਸ ਦਾ ਅਮੰਨਾ ਕੇਵਲ ਸਾਖਸ਼ਾਤਕਾਰ ਹੋਇਆਂ ਹੀ ਆ ਸਕਦਾ ਹੈ।
ਇਸ ਦ੍ਰਿਸ਼ਾਂ ਨੂੰ ਦੇਖ ਕੇ ਰਹਸਪੁਰੀ ਬਿਸਮਖੰਡਪੁਰੀ ਦੇ ਸੁਰਦੇਵ ਅਤਿਅੰਤ ਹੀ ਬਿਸਮਾਦਜਨਕ ਆਨੰਦ ਨੂੰ ਪ੍ਰਾਪਤ ਹੁੰਦੇ ਹਨ ਅਤੇ ਜੈ ਜੈਕਾਰ ਦੀਆਂ ਧੁਨੀਆਂ ਜਪਾਉਂਦੇ ਅਲਾਉਂਦੇ ਹਨ। ਗੁਰਪੁਰੀ ਨੂੰ ਜਾਂਦਿਆਂ ਨੂੰ ਵੇਖ ਕੇ ਉਰਲੇ ਖੰਡਾਂ ਦੇ ਜਿਤਨੇ ਵੀ ਸੁਰਦੇਵ ਹਨ, ਤਿਨਾਂ ਨੇ ਤਾਂ ਜੈ ਜੈਕਾਰ ਧੁਨੀਆਂ ਗੁੰਜਾਏ ਕੇ ਪ੍ਰਫੁੱਲਤ ਹੋਣਾ ਹੀ ਸੀ, ਪਰ ਜੰਮਪੁਰੀਆਂ ਦੇ ਜਮਦੂਤ ਗਣ ਵੀ ਜੰਮਪੁਰੀਆਂ ਨੂੰ ਅਤੇ ਜੰਮਪੁਰੀ ਜੰਤੂਆਂ ਨੂੰ ਛੱਡ ਕੇ ਭੱਜ ਜਾਂਦੇ ਹਨ। ਉਹਨਾਂ ਦੇ ਅੰਦਰਲੇ ਪਾਪ ਆਪੇ ਹੀ ਕੰਬ ਉੱਠਦੇ ਹਨ। ਜਦ ਨਿਰੰਕਾਰੀ ਅਕਸਮਾਤਰੀ ਨਿਕਟਾਰ ਗੁਜ਼ਾਰ ਕਰਕੇ ਜਮ ਅਤੇ ਜਮ ਨਗਰ ਵਾਸੀਆਂ ਦੇ ਪਾਪ ਕੰਬ ਉੱਠਦੇ ਹਨ ਅਤੇ ਅਸੁਰ ਭਾਗ ਜਾਂਦੇ ਹਨ, ਤਦ ਜਿਨ੍ਹਾਂ ਦੇ ਗੁਰੂ ਨਿਰੰਕਾਰੀ ਜੋਤ ਜਾਮਿਆਂ ਦੇ ਦਰਸ਼ਨਾਂ ਦੀ ਪ੍ਰਤੱਖ ਪ੍ਰਾਪਤੀ ਇਸ ਮਾਤ ਲੋਕ ਵਿਖੇ ਕਰ ਲਈ ਹੈ, ਤਿਨਾਂ ਦੇ ਪਾਪ ਤਾਂ ਕੱਟੇ ਜਾਣੇ ਹੀ ਸੀ, ਅਰਥਾਤ ਤਿਨਾਂ ਨਰਾਂ ਦੇ ਪਾਪ ਕੱਟੇ ਗਏ। ਗੁਰੂ ਜੋਤ ਜਾਮਿਆਂ ਦੇ ਸੱਚਖੰਡ ਗਵਨ ਦੀ ਅਮਿਤ ਮਹਿਮਾ ਇਹੀ ਰਹੀ ਹੈ ਕਿ ਅਨੇਕਾਂ ਸੁਰ ਨਰ ਮੁੰਜਨਾਂ ਨੂੰ ਤਾਰ ਕੇ ਇਸ ਮਾਤ ਲੋਕ ਵਿਖੇ ਜਿਉਂ ਆਏ। ਗੁਰਤਤਾ ਦੀ ਛਤਰ ਸਿੰਘਾਸਨ ਇਸ ਪ੍ਰਿਥਵੀ ਵਿਖੇ ਕਾਇਮ ਦਾਇਮ ਹੀ ਰੱਖਿਆ, ਜੋ ਹੁਣ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜਾਮੇ ਸਰੂਪ ਵਿੱਚ ਵਿਦਮਾਨ ਹੈ। ਅੱਜ ਗੁਰੂ ਕੇ ਸਿੱਖ ਇਸ ਮਾਤ ਲੋਕ ਵਿਖੇ ਵੀ ਛਤਰ ਸਿੰਘਾਸਨੀ ਸੱਚੇ ਗੁਰੂ ਪਾਤਸ਼ਾਹ ਦੀ ਸਤ ਸੰਗਤ ਦੇ ਤੁਫੈਲ ਅਰਸ਼ਾਂ ਕੁਰਸਾਂ ਦੇ ਸੱਚਖੰਡੀ ਦਰਸ਼ਨ ਦਾ ਸੰਗੋ ਪੰਗ ਨਜ਼ਾਰਾ ਮਾਣ ਸਕਦੇ ਹਨ, ਜਿਸ ਨੂੰ ਕਹਿਣ ਕਥਨ ਦੀ ਕੁਦਰਤ ਨਹੀਂ। ਇਸ ਦੀ ਸੋਭਾ ਬਸ ਪੇਖੀ ਹੀ ਪ੍ਰਵਾਨ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।